ਧੰਨ ਵਾਹਿਗੁਰੂ ਸਾਹਿਬ ਜੀਓ। ਅਬ ਮੋਕੋ ਭਏ ਰਾਜਾ ਰਾਮ ਸਹਾਈ, ਜਨਮ ਮਰਨ ਕਟ ਪਰਮ ਗਤ ਪਾਈ ਰਹਾ। ਸਾਧੂ ਸੰਗਤ ਦਿਓ ਰੜਾਏ, ਪੰਚ ਦੂਤ ਤੇ ਲਿਓ ਛਡਾਏ। ਅੰਮ੍ਰਿਤ ਨਾਮੋ ਜਪੋ ਜਪ ਰਸਨਾ, ਅਮੋਲ ਦਾਸ ਕਰ ਲੀਨੋ ਆਪਣਾ। ਸਤਿਗੁਰ ਕੀਨੋ ਪਰ ਉਪਕਾਰ, ਕਾਢ ਲੀਨ ਸਾਗਰ ਸੰਸਾਰ। ਚਰਨ ਕਮਲ ਸਿਉ ਲਾਗੀ ਪ੍ਰੀਤ, ਗੋਬਿੰਦ ਬਸੈ ਨਿਤ ਨਿਤ ਚੀਤ। ਮਾਇਆ ਤਪਤ ਬੁਝਿਆ ਅੰਗਿਆਰ, ਮਨ ਸੰਤੋਖ ਨਾਮ ਆਧਾਰ। ਜਲ ਥਲ ਪੂਰ ਰਹੇ ਪ੍ਰਭ ਸੁਆਮੀ, ਜਤ ਪੇਖੋ ਤਤ ਅੰਤਰ ਜਾਮੀ। ਆਪਣੀ ਭਗਤ ਆਪ ਹੀ ਦ੍ਰਿੜਾਈ, ਪੂਰਬ ਲਿਖਤ ਮਿਲਿਆ ਮੇਰੇ ਭਾਈ। ਜਿਸ ਕਿਰਪਾ ਕਰੇ ਤਿਸ ਪੂਰਨ ਸਾਧ, ਕਬੀਰ ਕੋ ਸੁਆਮੀ ਗਰੀਬ ਨਿਵਾਜ। ਜਿਸ ਕਿਰਪਾ ਕਰੇ ਤਿਸ ਪੂਰਨ ਸਾਜ, ਕਬੀਰ ਕੋ ਸੁਆਮੀ ਗਰੀਬ ਨਿਵਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤ ਸੰਗਤ ਰੂਪ ਵਿੱਚ ਗੁਰੂ ਦਰਬਾਰ ਵਿੱਚ ਸੱਜ ਕੇ ਬੜੇ ਸਤਿਕਾਰ ਪ੍ਰੇਮ ਸਹਿਤ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਾਲ ਸਾਂਝ ਬਣਾ ਕੇ ਆਪ ਜੀ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਿਆਂ ਅਤੇ ਸਾਰਥਕ ਕਰ ਰਹੇ ਹੋ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਆਪਾਂ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਦੀ ਲੜੀਵਾਰ ਵਿਚਾਰ ਕਰਨ ਦਾ ਯਤਨ ਕਰਦੇ ਹਾਂ। ਇਸੇ ਲੜੀ ਤਹਿਤ ਆਪ ਜੀ ਨੇ ਹੁਣੇ ਹੀ ਜਿਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 331 ਉੱਪਰ ਰਾਗ ਗੌੜੀ ਦੇ ਵਿੱਚੋਂ ਆਪ ਜੀ ਨੇ ਇਸ ਪਾਵਨ ਸ਼ਬਦ ਨੂੰ ਸਰਵਣ ਕੀਤਾ ਹੈ। ਭਗਤ ਜੀ ਮਹਾਰਾਜ
ਇਸ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦਾ, ਬਖਸ਼ਿਸ਼ ਦਾ ਸ਼ੁਕਰ ਅਦਾ ਕਰਦੇ ਹਨ, ਜਿਹੜੀ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੂੰ ਹਾਸਲ ਹੋਈ ਹੈ। ਸਹਾਈ ਦਾ ਅਰਥ ਹੁੰਦਾ ਹੈ ਸਹਾਇਕ ਹੋਣਾ, ਮਦਦਗਾਰ ਹੋਣਾ। ਭਗਤ ਜੀ ਮਹਾਰਾਜ ਫਰਮਾਉਂਦੇ ਨੇ, ਮੇਰਾ ਮਦਦਗਾਰ, ਮੇਰਾ ਸਹਾਇਕ ਕੌਣ ਹੈ ਔਰ ਮੇਰੀ ਉਸਨੇ ਕੀ ਸਹਾਇਤਾ ਕੀਤੀ ਹੈ। ਪਹਿਲੀ ਗੱਲ ਉਹ ਲਿਖਦੇ ਨੇ ਕਿ ਮੇਰਾ ਸਹਾਇਕ ਹੈ ਸਰਵ ਵਿਆਪਕ ਵਾਹਿਗੁਰੂ, ਜਿਸ ਦਾ ਹੁਕਮ ਚੌਫੇਰੇ ਵਰਤਦਾ ਹੈ। ਆਪਾਂ ਰਾਜਾ ਉਸ ਨੂੰ ਕਹਿੰਦੇ ਹਾਂ ਜਿਸ ਦਾ ਰਾਜ ਹੈ, ਰਾਜ ਕਰਨ ਵਾਲਾ, ਜੋ ਕਿਸੇ ਜਗ੍ਹਾ ਦੇ ਲੋਕਾਂ ਨੂੰ, ਕਿਸੇ ਸਟੇਟ ਨੂੰ ਕੰਟਰੋਲ ਕਰਦਾ ਹੈ, ਜੋ ਪ੍ਰਜਾ ਨੂੰ ਸਮਾਨ ਵੇਖਦਾ ਹੈ, ਜਿਸ ਦਾ ਉਸ ਭੂਮੀ ਦੇ ਉੱਤੇ, ਧਰਤੀ ਦੇ ਉਸ ਖਿੱਤੇ ਦੇ ਉੱਤੇ ਹੁਕਮ ਚੱਲਦਾ ਹੈ, ਉਸ ਨੂੰ ਆਪਾਂ ਰਾਜਾ ਕਹਿੰਦੇ ਹਾਂ। ਰਾਜੇ ਦਾ ਇੱਕ ਪ੍ਰਤੀਕ ਇਹ ਬਿੰਬ ਹੈ। ਬਾਣੀ ਵਿੱਚ ਭਗਤ ਜੀ ਨੇ ਵੀ ਫਰਮਾਇਆ, ਕੋਊ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਉਹ ਲਿਖਦੇ ਨੇ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਤੋਲ ਹੋਰ ਸੰਸਾਰ ਵਿੱਚ ਕੋਈ ਰਾਜਾ ਨਹੀਂ। ਸੰਸਾਰ ਦੇ ਰਾਜੇ ਇੱਕ ਲਿਮਟ ਤੱਕ ਰਾਜ ਕਰਦੇ ਹਨ, ਫਿਰ ਉਹਨਾਂ ਤੋਂ ਬਾਅਦ ਕੋਈ ਹੋਰ ਆ ਜਾਂਦਾ ਹੈ। ਉਹਨਾਂ ਦੇ ਹੁਕਮ ਨੂੰ ਕੋਈ ਚੈਲੰਜ ਵੀ ਕਰ ਸਕਦਾ ਹੈ। ਬਗਾਵਤਾਂ ਕਰਦੇ ਹਨ ਲੋਕ, ਹੁਕਮ ਵੀ ਬਦਲਦੇ ਰਹਿੰਦੇ ਹਨ, ਨਿਯਮ ਬਦਲਦੇ ਰਹਿੰਦੇ ਹਨ, ਕਾਨੂੰਨ ਬਦਲਦੇ ਰਹਿੰਦੇ ਹਨ। ਰਾਜਾ ਜੰਮਣ ਮਰਨ ਦੇ ਗੇੜ ਵਿੱਚ ਹੁੰਦਾ ਹੈ, ਇਸ ਕਰਕੇ ਉਸ ਦੀ ਇੱਕ ਲਿਮਟ ਹੁੰਦੀ ਹੈ, ਹੱਦ ਹੁੰਦੀ ਹੈ। ਫਿਰ ਉਸ ਦੇ ਸ਼ਰੀਕ ਪੈਦਾ ਹੋ ਜਾਂਦੇ ਨੇ ਜਿਹੜੇ ਰਾਜ ਵਾਸਤੇ ਉਸ ਨੂੰ ਰਾਜ ਗੱਦੀ ਤੋਂ ਲਾਹ ਕੇ ਆਪ ਕਾਬਜ ਹੋ ਜਾਂਦੇ ਨੇ। ਰਾਜਾ ਨਿਰਭਉ ਵੀ ਨਹੀਂ ਹੁੰਦਾ ਤੇ ਨਿਰਵੈਰ ਵੀ ਨਹੀਂ ਹੁੰਦਾ। ਉਸ ਦਾ ਕਿਸੇ ਨਾ ਕਿਸੇ ਨਾਲ ਹੱਦਾਂ ਕਰਕੇ, ਤਾਕਤ ਕਰਕੇ, ਕੰਟਰੋਲ ਨੂੰ ਲੈ ਕੇ ਵਾਦ ਵਿਵਾਦ ਤੇ ਵੈਰ ਚੱਲਦਾ ਹੈ। ਤੇ ਉਹਨੂੰ ਵੀ ਭੈ ਹੁੰਦਾ ਹੈ ਆਪਣੇ ਆਲੇ ਦੁਆਲੇ ਦੇ ਤਾਕਤਵਰ ਲੋਕਾਂ ਕੋਲੋਂ, ਸ਼ਰਾਰਤੀ ਲੋਕਾਂ ਕੋਲੋਂ, ਜਿਹੜੇ ਉਸ ਦੇ ਰਾਜ ਉੱਤੇ ਮੈਲੀ ਅੱਖ ਰੱਖਦੇ ਨੇ। ਭਗਤ ਜੀ ਨੇ ਫਰਮਾਇਆ, ਹਰੀ ਪਰਮੇਸ਼ਰ ਵਾਹਿਗੁਰੂ ਦੇ ਸਮਾਨ ਕੋਈ ਰਾਜਾ ਨਹੀਂ। ਇੱਕ ਤਾਂ ਉਹ ਨਿਰਭਉ ਹੈ, ਕਿਉਂਕਿ ਉਸ ਦਾ ਕੋਈ ਸ਼ਰੀਕ ਨਹੀਂ, ਉਸ ਨੂੰ ਕੋਈ ਚੈਲੰਜ ਨਹੀਂ ਕਰਨ ਵਾਲਾ, ਕੋਈ ਉਹਦੀ ਪਦਵੀ ਨਹੀਂ ਲੈਣ ਵਾਲਾ। ਉਹ ਨਿਰਵੈਰ ਹੈ, ਜਦੋਂ ਉਸ ਦਾ ਕੋਈ ਬਰਾਬਰੀ ਕਰਨ ਵਾਲਾ ਹੀ ਨਹੀਂ ਤੇ ਫਿਰ ਉਹ ਵੈਰ ਕਿਹਦੇ ਨਾਲ ਕਰੇ। ਨਿਰਭਉ ਵੀ ਹੈ, ਨਿਰਵੈਰ ਵੀ ਹੈ। ਉਹ ਜੰਮਦਾ ਤੇ ਮਰਦਾ ਵੀ ਨਹੀਂ, ਉਹ ਸਦੀਵ ਕਾਲ ਸੱਚ ਹੈ। ਇਸ ਕਰਕੇ ਉਹਦਾ ਬਣਾਇਆ ਹੋਇਆ ਹੁਕਮ ਵੀ ਸਦੀਵ ਕਾਲ ਸੱਚ ਹੈ। ਉਸ ਦੀ ਕੋਈ ਭੰਨ ਤੋੜ ਕਰਨ ਦੀ ਕਿਸੇ ਨੂੰ ਜ਼ਰੂਰਤ ਹੀ ਨਹੀਂ, ਨਾ ਕੋਈ ਕਰ ਸਕਦਾ ਹੈ। ਉਹਦਾ ਹੁਕਮ ਹੀ ਸਦੀਵ ਕਾਲ ਸੱਚ ਹੈ। ਉਹ ਪਰਮੇਸ਼ਰ ਦੀ ਹਸਤੀ ਸਦੀਵ ਕਾਲ ਕਾਇਮ ਰਹਿਣ ਵਾਲੀ, ਉਸ ਦੇ ਸਿੰਘਾਸਨ ਨੂੰ ਨਾ ਕੋਈ ਹਿਲਾ ਸਕਦਾ ਤੇ ਨਾ ਕੋਈ ਕਾਬਜ ਹੋ ਸਕਦਾ ਹੈ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨਿਸ਼ਚਲ ਚੌਰ ਛਤ। ਉਸ ਦਾ ਹੁਕਮ ਕਣ ਕਣ ਦੇ ਵਿੱਚ, ਉਸ ਦਾ ਨਿਯਮ ਲਾਗੂ ਹੈ, ਜਿਸ ਨੂੰ ਆਪਾਂ ਲਾਅ ਆਫ ਨੇਚਰ ਆਖਦੇ ਹਾਂ। ਕੁਦਰਤ ਦਾ ਕਾਇਦਾ ਕਾਨੂੰਨ ਉਸ ਪਰਮੇਸ਼ਰ ਵਾਹਿਗੁਰੂ ਦੀ ਹਸਤੀ ਨੇ ਸਿਰਜਿਆ ਹੈ। ਇਸ ਕਰਕੇ ਉਹਦੇ ਸਮਾਨ ਕੋਈ ਹਕੂਮਤ ਕਰਨ ਵਾਲਾ ਰਾਜਾ ਹੈ ਨਹੀਂ। ਇਸ ਵਾਸਤੇ ਉਹ ਰਮਿਆ ਹੋਇਆ ਪਰਮੇਸ਼ਰ ਹੈ, ਇੱਕ ਜਗ੍ਹਾ ਦੇ ਉੱਤੇ ਬਿਰਾਜਮਾਨ ਨਹੀਂ, ਬਲਕਿ ਕਣ ਕਣ ਦੇ ਵਿੱਚ, ਜ਼ਰਰੇ ਜ਼ਰਰੇ ਵਿੱਚ ਉਸ ਦੀ ਸੱਤਾ, ਉਸ ਦੀ ਜੋਤ, ਉਸ ਦਾ ਹੁਕਮ, ਉਸ ਦੀ ਚੇਤਨਾ ਵਿਆਪਕ ਹੈ। ਤੋ ਇਸ ਕਰਕੇ ਭਗਤ ਜੀ ਇਹ ਦੋ ਸ਼ਬਦ ਰਾਜਾ ਤੇ ਰਾਮ ਇਕੱਠੇ ਵਰਤਦੇ। ਰਾਜਾ ਤੋਂ ਭਾਵ ਆਪਾਂ ਸਮਝੇ ਜਿਸ ਦੀ ਹਕੂਮਤ ਹੈ, ਤੇ ਰਾਮ ਤੋਂ ਭਾਵ ਹੈ ਰਮਿਆ ਹੋਇਆ। ਅਬ ਮੋਕੋ ਭਏ ਰਾਜਾ ਰਾਮ ਸਹਾਈ। ਭਗਤ ਕਬੀਰ ਜੀ ਆਖਦੇ ਨੇ, ਹੁਣ ਮੇਰੇ ਉੱਤੇ ਐਸੇ ਸਰਵ ਵਿਆਪਕ ਪਰਮੇਸ਼ਰ ਵਾਹਿਗੁਰੂ ਜੀ, ਜਿਸ ਦਾ ਹੁਕਮ ਚਾਰ ਸ਼ਫੇਰੇ ਵਰਤਦਾ ਹੈ, ਜੋ ਸਦੀਵ ਕਾਲ ਸੱਚ ਹਸਤੀ ਵਾਲਾ ਹੈ, ਉਹ ਮੇਰਾ ਸਹਾਇਕ ਹੋ ਗਿਆ, ਮੇਰਾ ਮਦਦਗਾਰ ਹੈ, ਮੇਰੇ ਉੱਤੇ ਕਿਰਪਾ ਕਰਨ ਵਾਲਾ ਹੈ।
ਹੁਣ ਆਪਾਂ ਅਗਲਾ ਨੁਕਤਾ ਸਮਝੀਏ ਵੀ ਉਹਨੇ ਕੀ ਕਿਰਪਾ ਕੀਤੀ, ਉਹ ਕਿਵੇਂ ਸਹਾਇਕ ਹੋਇਆ, ਉਹਨੇ ਕੀ ਮਦਦ ਕੀਤੀ। ਕਬੀਰ ਜੀ ਜਿਸ ਦਾ ਸੋਹਿਲਾ ਗਾ ਰਹੇ ਨੇ, ਜਿਸ ਦੀ ਸਿਫਤ ਕਰ ਰਹੇ ਨੇ, ਜਿਸ ਦੀ ਸ਼ੋਭਾ ਕਰਦੇ ਨੇ, ਜਿਵੇਂ ਆਪਣੀ ਕੋਈ ਮਦਦ ਕਰੇ ਤੇ ਆਪਾਂ ਮਨ ਵਿੱਚ ਉਸ ਮਨੁੱਖ ਦੇ ਪ੍ਰਤੀ ਆਦਰ ਦਾ ਭਾਵ ਰੱਖਦੇ ਹਾਂ, ਉਹਦਾ ਸਤਿਕਾਰ ਕਰਦੇ ਹਾਂ। ਆਦਰ ਤੇ ਸਤਿਕਾਰ ਕਰਦਿਆਂ ਹੋਇਆਂ ਅਸੀਂ ਉਸ ਮਨੁੱਖ ਨੂੰ ਰਿਸਪੈਕਟ ਦਿੰਦੇ ਹਾਂ ਤੇ ਦੂਜੇ ਨੂੰ ਦੱਸਦੇ ਹਾਂ ਵੀ ਇਹਨੇ ਮੇਰੀ ਮਦਦ ਕੀਤੀ। ਤੋ ਇੱਥੇ ਕੀ ਮਦਦ ਕੀਤੀ ਹੈ? ਕਹਿੰਦੇ ਜਨਮ ਮਰਨ ਕੱਟ ਪਰਮਗਤ ਪਾਈ। ਉਸ ਦੀ ਮਿਹਰ ਦੇ ਨਾਲ ਮੇਰਾ ਜੰਮਣ ਤੇ ਮਰਨ ਦਾ ਗੇੜ ਕੱਟਿਆ ਗਿਆ। ਇੱਕ ਤਾਂ ਹੁੰਦਾ ਹੈ ਫਿਜ਼ੀਕਲੀ, ਆਪਾਂ ਸਾਰੇ ਸਰੀਰਕ ਰੂਪ ਵਿੱਚ ਆਪਾਂ ਜਨਮ ਲਿਆ ਤੇ ਫਿਰ ਮਰਨਾ ਹੈ। ਇਹ ਪ੍ਰਕਿਰਿਆ ਲਗਾਤਾਰ ਚੱਲਦੀ ਹੈ, ਸੰਸਾਰ ਇਸ ਤਰ੍ਹਾਂ ਹੀ ਚੱਲ ਰਿਹਾ ਹੈ, ਜੰਮਣਾ ਤੇ ਮਰਨਾ। ਇੱਕ ਹੈ ਆਤਮਿਕ ਤੌਰ ਦੇ ਉੱਤੇ ਆਵਾਗਮਨ, ਜਿਸ ਨੂੰ ਮਹਾਰਾਜ ਨੇ ਕਿਹਾ ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੂਟੈ। ਜਨਮ ਮਰਨ ਕੱਟ, ਬਾਰ-ਬਾਰ ਕਿਸੇ ਬਿਰਤੀ, ਭੈੜੀ ਬਿਰਤੀ ਵਿੱਚ ਡਿੱਗਣਾ, ਫਿਰ ਉਸ ਤੋਂ ਨਿਕਲ ਕੇ ਦੂਜੀ ਭੈੜੀ ਬਿਰਤੀ 'ਚ ਜਾਣਾ। ਵੱਖਰੀਆਂ ਵੱਖਰੀਆਂ ਮਾਨਸਿਕ ਭੈੜੀਆਂ ਬਿਰਤੀਆਂ, ਨੀਵੀਆਂ ਬਿਰਤੀਆਂ ਹੰਡਾਉਣਾ, ਉਹਨੂੰ ਕਿਹਾ ਹੈ ਜਨਮ ਮਰਨ। ਇੱਕ ਹੋਰ ਨੁਕਤਾ ਵੀ ਸਮਝੀਏ, ਆਪਾਂ ਸਾਰੇ ਹੀ ਮਨੁੱਖ ਹਾਂ। ਜੇ ਭਲਾ ਅਸੀਂ ਚਾਹੁੰਦੇ ਹਾਂ ਵੀ ਸਾਡਾ ਜੰਮਣ ਵੀ ਕੱਟਿਆ ਜਾਏ ਤੇ ਮਰਨ ਵੀ ਕੱਟਿਆ ਜਾਏ, ਫਿਰ ਆਪਾਂ ਲੰਮੀ ਉਮਰ ਦੀ ਅਰਦਾਸ ਕਿਉਂ ਕਰਦੇ ਹਾਂ? ਜੇ ਸਾਨੂੰ ਇਹ ਜੀਵਨ ਚੰਗਾ ਜੋ ਨਹੀਂ ਲੱਗਦਾ ਤੇ ਆਪਾਂ ਚਾਹੁੰਦੇ ਹਾਂ ਵੀ ਵਾਹਿਗੁਰੂ ਸਾਡਾ ਇਹ ਸਾਰਾ ਕੁਝ ਨਿਬੇੜ ਦੇ ਤੇ ਦੁਬਾਰਾ ਸਾਨੂੰ ਮਨੁੱਖ ਬਣਨਾ ਨਾ ਪਵੇ। ਆਪਾਂ ਸਾਰੇ ਚਾਹੁੰਦੇ ਹਾਂ ਵੀ ਅਸੀਂ ਦੁਬਾਰਾ ਮਨੁੱਖ ਨਾ ਬਣੀਏ। ਕੌਣ ਹੈ ਜਿਹੜਾ ਸਾਡੇ 'ਚੋਂ ਚਾਹੁੰਦਾ? ਫਿਰ ਆਪਾਂ ਵਾਹਿਗੁਰੂ ਦੇ ਅੱਗੇ ਤੰਦਰੁਸਤੀ ਦੀ ਅਰਦਾਸ, ਲੰਮੀ ਉਮਰ ਦੀ ਅਰਦਾਸ ਕਿਉਂ ਕਰਦੇ ਹਾਂ? ਫਿਰ ਤੇ ਸਜ਼ਾ ਹੈ। ਜੇ ਸਜ਼ਾ ਤੇ ਫਿਰ ਤਾਂ ਜਿੰਨੀ ਛੇਤੀ ਮੁੱਕੇ ਓਨਾ ਹੀ ਖਹਿੜਾ ਛੇਤੀ ਛੁੱਟੇ। ਇਹਦਾ ਭਾਵ ਇਹ ਨਹੀਂ। ਵਾਹਿਗੁਰੂ ਨੇ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਕਿਹਾ ਇਹ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰ-ਬਾਰ। ਇਹ ਅਵਸਰ, ਇਹ ਮੌਕਾ, ਇਹ ਸਮਾਂ, ਇਹ ਦੁਰਲੱਭ ਕੀਮਤੀ ਜੀਵਨ, ਇਹ ਸਭ ਚੀਜ਼ਾਂ ਤੈਨੂੰ ਦੁਬਾਰਾ ਨਹੀਂ ਮਿਲਣਗੀਆਂ। ਕਿੱਡਾ ਵੱਡਾ ਸੱਚ ਹੈ। ਜਿਹੜਾ ਸਾਡਾ ਕੱਲ ਬਤੀਤ ਹੋ ਗਿਆ ਉਹਨੂੰ ਕੋਈ ਮੋੜ ਕੇ ਲਿਆ ਸਕਦਾ? ਜਿਹੜਾ ਸਾਡਾ ਬਚਪਨ ਗੁਜ਼ਰ ਗਿਆ, ਜਿਹੜੀ ਜਵਾਨੀ ਲੰਘ ਗਈ ਹੈ, ਜਿਹੜੀ ਉਮਰ ਦੇ ਪਲ ਅਸੀਂ ਬਤੀਤ ਕਰ ਲਏ ਨੇ, ਉਹ ਕਿਸੇ ਵੀ ਤਰੀਕੇ ਨਾਲ ਵਾਪਸ ਆ ਸਕਦੇ ਨੇ? ਉਸੇ ਰੂਪ ਵਿੱਚ ਨਹੀਂ ਆ ਸਕਦੇ। ਉਹ ਫਲ ਹੈ ਜਿਹੜਾ ਪੱਕ ਕੇ ਡਿੱਗ ਚੁੱਕਿਆ, ਉਹਨੂੰ ਦੁਬਾਰਾ ਕੋਈ ਟਾਹਣੀ ਨਾਲ ਜੋੜ ਨਹੀਂ ਸਕਦਾ। ਲੰਘੇ ਸਮੇਂ ਨੂੰ ਕੋਈ ਵਾਪਸ ਨਹੀਂ ਲਿਆ ਸਕਦਾ। ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇੜਾ, ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਇਸ ਵਾਸਤੇ ਇੱਕ ਭਟਕਣਾ ਸਾਡੀ ਫਿਜ਼ੀਕਲੀ ਹੁੰਦੀ ਹੈ, ਇੱਕ ਭਟਕਣਾ ਸਾਡੀ ਮਾਨਸਿਕ, ਆਤਮਿਕ ਔਰ ਸੁਰਤ ਕਰਕੇ ਵੀ ਹੁੰਦੀ ਹੈ। ਅਸੀਂ ਜਦੋਂ ਸੁਰਤ ਕਰਕੇ ਭਟਕੇ ਹੋਏ ਹਾਂ, ਗੁੰਮਰਾਹ ਹਾਂ, ਕੁਰਾਹ ਪਏ ਹੋਏ ਹਾਂ, ਬਦੀ ਵਿੱਚ ਮੁਬਤਲਾ ਹਾਂ, ਅਗਿਆਨਤਾ ਵਿੱਚ ਡਿੱਗੇ ਹੋਏ ਹਾਂ, ਤਾਂ ਉਹ ਜਿਹੜਾ ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੂਟੈ। ਜਿਸ ਦਾ ਉਹ ਕੱਟਿਆ ਜਾਏ ਉਹ ਸੰਤੁਸ਼ਟ ਹੋ ਜਾਂਦਾ ਹੈ ਜੀਵਨ ਤੋਂ। ਉਹ ਇੱਕ ਇੱਕ ਪਲ ਨੂੰ ਸਵਰਗ ਵਾਂਗ ਬਤੀਤ ਕਰਦਾ। ਉਹਦੇ ਲਈ ਇਹ ਜੀਵਨ ਸਜ਼ਾ ਨਹੀਂ ਹੁੰਦਾ, ਉਹਦੇ ਲਈ ਇਹ ਜੀਵਨ ਬਖਸ਼ਿਸ਼ ਹੁੰਦਾ ਹੈ। ਉਹ ਕਹਿੰਦਾ ਹੈ ਜੀਵਨ ਨੂੰ ਬਖਸ਼। ਆਪਾਂ ਥੋੜੀ ਕਹਿੰਦੇ ਮਾਨਸ ਜਨਮ ਦੁਰਲੱਭ, ਕਬੀਰ ਜੀ ਕਹਿੰਦੇ ਨੇ। ਕਬੀਰ ਜੀ ਨੂੰ ਇਹ ਦੁਰਲੱਭ ਨਜ਼ਰ ਆਉਂਦਾ ਹੈ। ਕਬੀਰ ਜੀ ਇਸ ਦੀ ਦੁਰਲੱਭਤਾ ਨੂੰ, ਇਸ ਦੀ ਅਮੋਲਕਤਾਈ ਨੂੰ, ਇਸ ਦੀ ਕਦਰੋ ਕੀਮਤ ਨੂੰ ਪਛਾਣਦੇ ਨੇ ਤੇ ਉਹਨਾਂ ਨੂੰ ਹਰ ਇੱਕ ਪਲ ਵਾਹਿਗੁਰੂ ਦੀ ਬਖਸ਼ਿਸ਼ ਲੱਗਦਾ। ਹਰ ਨਵਾਂ ਦਿਨ ਉਹਨਾਂ ਦੇ ਲਈ ਵਾਹਿਗੁਰੂ ਦੇ ਪਿਆਰ ਵਿੱਚ ਗੁਜ਼ਰਦਾ। ਹਰ ਘੜੀ, ਹਰ ਪਲ, ਹਰ ਸਾਹ ਉਹਨਾਂ ਲਈ ਬੜਾ ਇੰਪੋਰਟੈਂਟ ਹੈ, ਬੜਾ ਮਹੱਤਵਪੂਰਨ ਹੈ। ਤੇ ਉਹ ਮਹੱਤਵਪੂਰਨ ਇਸ ਕਰਕੇ ਹੈ ਕਿ ਉਹ ਕਿਸੇ ਕਦਰੋ ਕੀਮਤ ਨਾਲ ਜੀਵਿਆ ਜਾਂਦਾ। ਉਹਦੇ ਵਿੱਚ ਕੁਝ ਵੱਖਰਾਪਨ ਮਹਿਸੂਸ ਹੁੰਦਾ ਹੈ ਉਹਨਾਂ ਨੂੰ। ਤੋ ਗਰੀਬ ਨਵਾਜ ਮਹਾਰਾਜ ਇਸੇ ਕਰਕੇ ਬਾਣੀ 'ਚ ਕਹਿੰਦੇ ਨੇ ਮੇਰਾ ਜੰਮਣ ਮਰਨ ਉਸਨੇ ਕੱਟ ਦਿੱਤਾ ਹੈ। ਪਰਮ ਗਤ ਪਾਈ, ਪਰਮ ਗਤ, ਪਰਮ ਦਾ ਮਤਲਬ ਉੱਚੀ ਗਤ ਅਵਸਥਾ,
ਉੱਚੀ ਆਤਮਿਕ ਅਵਸਥਾ ਮੈਂ ਹਾਸਲ ਕਰ ਲਈ ਹੈ, ਜਿੱਥੇ ਵਿਕਾਰਾਂ ਦੀ ਮੈਲ ਨਹੀਂ, ਜਿੱਥੇ ਸੁਰਤ ਨੀਵੀਂ ਨਹੀਂ ਹੁੰਦੀ, ਜਿੱਥੇ ਅਗਿਆਨਤਾ ਨਹੀਂ ਤੇ ਅਗਿਆਨਤਾ ਕਾਰਨ ਭਰਮ ਤੇ ਭ੍ਰਾਂਤੀਆਂ ਪੈਦਾ ਨਹੀਂ ਹੁੰਦੀਆਂ, ਜਿੱਥੇ ਮੈਂ ਇੱਕ ਚੇਤਨ ਸੁਰਤ ਕਰਕੇ ਚੇਤਨ ਹੋ ਕੇ ਵਾਹਿਗੁਰੂ ਪਰਮੇਸ਼ਰ ਦੀ ਚੇਤਨਾ ਵਿੱਚ ਇੱਕ ਸੁਰ ਹਾਂ, ਉਸ ਦੇ ਨਾਮ, ਉਸ ਦੇ ਗੁਣ, ਉਸ ਦੇ ਹੁਕਮ ਦਾ ਆਨੰਦ ਤੇ ਲਾਹਾ ਪ੍ਰਾਪਤ ਕਰਦਾ ਹਾਂ, ਜਿੱਥੇ ਜੀਵਨ ਵਿੱਚ ਸਬਰ ਹੈ, ਸਿਦਕ ਹੈ, ਸੰਤੋਖ ਹੈ, ਸਹਿਜ ਹੈ, ਆਨੰਦ ਹੈ, ਪਰਉਪਕਾਰ ਹੈ, ਇਹ ਦੈਵੀ ਗੁਣ ਜੀਵਨ ਵਿੱਚ ਵਸੇ ਹੋਏ। ਬੜੇ ਉੱਚੇ ਮਿਆਰ ਦੀ ਗੱਲ ਹੈ ਜੋ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਇਸ ਸ਼ਬਦ ਵਿੱਚ। ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ। ਫਿਰ ਉਹਨਾਂ ਨੇ ਇਹਨੂੰ ਐਕਸਪਲੇਨ ਕੀਤਾ ਹੈ ਸਾਰੇ ਸ਼ਬਦ ਵਿੱਚ ਕਿ ਇਹ ਪਰਮਗਤ ਕੀ ਹੈ, ਉੱਚੀ ਆਤਮਿਕ ਅਵਸਥਾ ਕੀ ਹੈ, ਤੇ ਕਿਵੇਂ ਵਾਹਿਗੁਰੂ ਜੀ ਮੇਰੇ ਸਹਾਇਕ ਹੋਏ, ਮੇਰੇ ਮਦਦਗਾਰ ਹੋਏ ਤੇ ਉਹਨਾਂ ਨੇ ਮੈਨੂੰ ਇਹ ਜੀਵਨ ਬਖਸ਼ਿਆ, ਮੇਰੀ ਭਟਕਣਾ ਮੁਕਾ ਕੇ ਉੱਚੀ ਆਤਮਿਕ ਅਵਸਥਾ ਮੈਨੂੰ ਦੇ ਦਿੱਤੀ। ਉਹਨਾਂ ਨੇ ਇਸ ਦੀ ਵਿਆਖਿਆ ਕਰਦਿਆਂ ਫਰਮਾਇਆ, ਕਹਿੰਦੇ ਸਾਧੂ ਸੰਗਤ ਦਿਓ ਰਲਾਏ। ਉਹ ਮੇਰੇ ਇਵੇਂ ਸਹਾਇਕ ਹੋਏ, ਇਵੇਂ ਉਹਨਾਂ ਨੇ ਕਿਰਪਾ ਕੀਤੀ ਵੀ ਮੈਨੂੰ ਸਬੱਬ ਰਚਿਆ, ਮਿਹਰ ਕੀਤੀ, ਮੇਰਾ ਜਿਹੜਾ ਸੰਬੰਧ ਸੀ ਨਾ, ਮੇਰੀ ਜਿਹੜੀ ਸੋਬਤ ਸੰਗਤ ਸੀ ਉਹ ਸਾਧੂ ਨਾਲ ਮਿਲਾ। ਸਾਧੂ ਮਤਲਬ ਗੁਰੂ। ਸਾਧੂ ਸੰਗਤ ਦਿਓ ਰਲਾਏ। ਉਹਨਾਂ ਨੇ ਮੈਨੂੰ ਗੁਰੂ ਦੀ ਸੰਗਤ ਚ ਰਲਾ ਦਿੱਤਾ। ਗੁਰੂ ਦੀ ਸੰਗਤ ਵਿੱਚ ਉਹਨਾਂ ਨੇ ਮੇਰੇ ਅੰਦਰ ਪ੍ਰੇਰਣਾ ਪੈਦਾ ਹੋਈ ਤੇ ਮੈਂ ਗੁਰੂ ਦੇ ਨੇੜੇ ਹੋ ਗਿਆ। ਸੰਗਤ ਦਾ ਭਾਵ ਸਮਝੀਏ, ਜਦੋਂ ਅਸੀਂ ਕਿਸੇ ਦੇ ਕੋਲ ਬੈਠਦੇ ਹਾਂ ਨਾ ਤਾਂ ਫਿਜ਼ੀਕਲੀ, ਇਕੱਲਾ ਫਿਜ਼ੀਕਲੀ ਕੋਲ ਬੈਠਣਾ ਹੀ ਸੰਗਤ ਨਹੀਂ ਹੁੰਦੀ। ਉਸ ਦੇ ਗੁਣ, ਔਗਣ, ਆਦਤਾਂ ਜੋ ਵੀ ਹੈ ਉਸ ਦਾ ਆਦਾਨ ਪ੍ਰਦਾਨ ਉਹਦੇ ਨਾਲ ਜਿਹੜਾ ਕਰਨਾ, ਉਹਦੇ ਵਿੱਚੋਂ ਜੋ ਕੁਝ ਅਡਾਪਟ ਕਰਦੇ ਹਾਂ ਅਸੀਂ, ਉਹ ਸਾਨੂੰ ਸੰਗੀ ਬਣਾਉਂਦਾ ਹੈ। ਉਸ ਦਾ ਸੰਗਤ ਦਾ ਮਤਲਬ ਹੈ ਸੰਗ ਕਰਨਾ, ਨੇੜਤਾ ਨੂੰ ਮੰਨਣਾ। ਤੇ ਨੇੜਤਾ ਕਾਹਦੀ ਹੈ? ਉਸ ਦੇ ਜੀਵਨ ਦੇ ਗੁਣਾ ਔਗਣਾ ਜੋ ਵੀ ਉਹਦੇ ਕੋਲ ਹੈ ਉਸ ਨੂੰ ਮੰਨਣਾ, ਉਹਨੂੰ ਸੰਗਤ ਹੈ। ਉਹਨੂੰ ਅਡਾਪਟ ਕਰਨਾ, ਉਹਦੇ ਵਿੱਚੋਂ ਕੁਝ ਨਾ ਕੁਝ ਸੰਗਤ ਹੈ। ਗੁਰੂ ਨਾਨਕ ਪਾਤਸ਼ਾਹ ਨੇ ਭੂਮੀਏ ਚੋਰ ਦੀ ਸੰਗਤ ਨਹੀਂ ਕੀਤੀ। ਭੂਮੀਏ ਚੋਰ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ। ਗੁਰੂ ਨਾਨਕ ਮਹਾਰਾਜ ਨੇ ਭੂਮੀਏ ਕੋਲੋਂ ਕੁਝ ਨਹੀਂ ਲਿਆ। ਉਹਦੇ ਕੋਲ ਐਸਾ ਹੈ ਵੀ ਕੁਝ ਨਹੀਂ ਜਿਹੜਾ ਉਹ ਗੁਰੂ ਨਾਨਕ ਨੂੰ ਦੇ ਸਕੇ। ਕੇਵਲ ਉਹ ਮਨ ਦੇ ਸਕਦਾ ਸੀ। ਉਹਨੇ ਮਨ ਦਿੱਤਾ, ਉਹ ਲਿਆ। ਉਹਨੇ ਸਮਰਪਣ ਭਾਵ ਜ਼ਾਹਰ ਕੀਤਾ, ਮਹਾਰਾਜ ਨੇ ਉਹਨੂੰ ਪ੍ਰਵਾਨ ਕੀਤਾ। ਜੋ ਕੁਝ ਵੀ ਗ੍ਰਹਿਣ ਕੀਤਾ ਹੈ, ਜੋ ਕੁਝ ਵੀ ਧਾਰਨ ਕੀਤਾ ਹੈ, ਜੋ ਕੁਝ ਵੀ ਅਡਾਪਟ ਕੀਤਾ ਹੈ, ਉਹ ਭੂਮੀਏ ਨੇ ਕੀਤਾ। ਗੁਰੂ ਸਾਧੂ ਹੈ। ਗੁਰੂ ਦੀ ਸੰਗਤ ਵਿੱਚ ਕੌਣ ਆ ਕੇ ਰਲਿਆ? ਭੂਮੀਆ ਰਲਿਆ। ਗੁਰੂ ਉਹਦੀ ਸੰਗਤ 'ਚ ਨਹੀਂ ਰਲਿਆ, ਉਹ ਗੁਰੂ ਦੀ ਸੰਗਤ ਵਿੱਚ ਰਲ ਗਿਆ। ਤੇ ਜਿਹੜਾ ਅਡਾਪਟ ਕਰਦਾ ਹੈ ਉਹ ਸੰਗੀ ਹੁੰਦਾ, ਜਿਹੜਾ ਧਾਰਨ ਕਰਦਾ ਹੈ। ਆਪਾਂ ਜਦੋਂ ਕਹਿੰਦੇ ਨਾ ਗੁਰੂ ਦੀ ਸੰਗਤ ਕਰੋ, ਇਹਦਾ ਮਤਲਬ ਹੁੰਦਾ ਹੈ ਵੀ ਗੁਰੂ ਦੇ ਉਪਦੇਸ਼, ਥੋਟ, ਵਿਚਾਰ ਨੂੰ ਧਾਰਨ ਕਰੋ। ਗੁਰੂ ਨਾਲ ਇੱਕ ਰਿਲੇਸ਼ਨ ਬਣਾਓ, ਗੁਰੂ ਨਾਲ ਇੱਕ ਸੋਬਤ ਸੰਗਤ ਮਾਣੋ, ਗੁਰੂ ਨੂੰ ਅਨੁਭਵ ਤੇ ਮਹਿਸੂਸ ਕਰੋ ਤੇ ਗੁਰੂ ਪਾਸੋਂ ਬਖਸ਼ਿਸ਼ਾਂ ਲਓ ਜੋ ਗੁਰੂ ਜੀ ਪ੍ਰਦਾਨ ਕਰਦੇ ਨੇ, ਬਖਸ਼ਦੇ ਨੇ, ਦੇ ਰਹੇ ਨੇ। ਅਸੀਂ ਗੁਰੂ ਨੂੰ ਥੋੜਾ ਕੁਝ ਦੇਣਾ, ਗੁਰੂ ਕੋਲੋਂ ਅਸੀਂ ਲੈਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੀ ਸੰਗਤ ਨਹੀਂ ਕਰਦੇ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਗਤ ਕਰਦੇ, ਕਿਉਂਕਿ ਅਸੀਂ ਲੈਣਾ ਹੈ, ਅਸੀਂ ਕੁਝ ਗ੍ਰਹਿਣ ਕਰਨਾ ਹੈ। ਗੁਰੂ ਨੂੰ ਕਿਸੇ ਵਸਤੂ ਦੀ ਜ਼ਰੂਰਤ ਨਹੀਂ। ਗੁਰੂ ਦਾ ਗਿਆਨ ਤੇ ਅਪਾਰ ਹੈ, ਸਦੀਵ ਕਾਲ ਸੱਚ ਹੈ। ਇਹ ਨਾ ਪੁਰਾਣਾ ਹੈ, ਨਾ ਇਹ ਖਤਮ ਹੁੰਦਾ ਹੈ। ਇਹ ਤਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਉੱਪਰ। ਇਸ ਕਰਕੇ ਅਸੀਂ ਇਹ ਭਰਮ ਮਤ ਪਾੜੀਏ ਕਿ ਅਸੀਂ ਗੁਰੂ ਨੂੰ ਕੁਝ ਦਿੰਨੇ ਆ, ਅਸੀਂ ਮਾਇਆ ਦਿੰਨੇ। ਇਹ ਮਾਇਆ ਤੇ ਗੁਜਰਾਨ, ਇਹ ਆਪਣਾ ਪ੍ਰਬੰਧ ਚਲਾਉਣ ਲਈ ਹੈ, ਗੁਰੂ ਨੂੰ ਚਲਾਉਣ ਲਈ ਨਹੀਂ ਹੈ ਮਾਇਆ। ਅਸੀਂ ਜੋ ਕੁਝ ਵੀ ਇੱਥੇ ਬਣਾਇਆ ਇਹਨੂੰ ਚਲਾਉਣ ਵਾਸਤੇ ਹੈ ਮਾਇਆ। ਇਹ ਮਤ ਸੋਚੇ ਇਸ ਗੁਰੂ ਨੂੰ ਮਾਇਆ ਦੇਣ। ਗੁਰੂ ਨੂੰ ਮਾਇਆ ਦੀ ਕੀ ਲੋੜ ਹੈ? ਗੁਰੂ ਨਾਲ ਨੋਟ ਦੀ ਲੋੜ ਹੈ, ਨਾ ਵੋਟ ਦੀ ਲੋੜ ਹੈ।
ਗੁਰੂ ਦਾ ਕੁਝ ਨਹੀਂ ਘਟੇਗਾ। ਗੁਰੂ ਨੂੰ ਕੋਈ ਘਾਟਾ ਨਹੀਂ ਹੈ। ਮੰਗਦੇ ਤਾਂ ਅਸੀਂ ਹਾਂ, ਲੋੜ ਤਾਂ ਸਾਨੂੰ ਹੈ, ਜ਼ਰੂਰਤ ਸਾਡੀ ਹੈ ਕਿ ਅਸੀਂ ਪ੍ਰਬੰਧ ਇੱਕ ਕਾਇਮ ਕੀਤਾ। ਤੋ ਅਸੀਂ ਗੁਰੂ ਨੂੰ ਕੁਝ ਨਹੀਂ ਦਿੰਦੇ, ਅਸੀਂ ਬਦਲੇ ਵਿੱਚ ਗੁਰੂ ਕੋਲੋਂ ਲੈਣਾ ਹੈ ਤੇ ਲੈ ਰਹੇ ਹਾਂ। ਇਸ ਵਾਸਤੇ ਅਸੀਂ ਗੁਰੂ ਦੀ ਸੰਗਤ ਕਰਨੀ, ਗੁਰੂ ਨੇ ਸਾਡੀ ਸੰਗਤ ਨਹੀਂ ਕਰਨੀ। ਗੁਰੂ ਨੇ ਹੀ ਸਾਨੂੰ ਦੇਣਾ ਜੋ ਕੁਝ ਵੀ ਦੇਣਾ। ਇਹ ਸਾਡੀ ਲੋੜ ਹੈ। ਇਸ ਵਾਸਤੇ ਗਰੀਬ ਨਵਾਜ਼ ਪਾਤਸ਼ਾਹ ਜੀ ਕਹਿੰਦੇ ਨੇ ਵੀ ਸਾਧੂ ਸੰਗਤ ਦੀ ਰਲਾ, ਸਾਧੂ ਦੀ ਸੰਗਤ ਵਿੱਚ ਮੈਨੂੰ ਰਲਾ ਦਿੱਤਾ। ਇਹਦਾ ਭਾਵ ਹੈ ਮੈਂ ਗੁਰੂ ਦੀ ਸ਼ਰਨ ਵਿੱਚ ਆਇਆ, ਗੁਰੂ ਦੀ ਸੋਭਤ ਮਾਣੀ, ਗੁਰੂ ਦੀ ਸੰਗਤ ਮਾਣੀ, ਗੁਰੂ ਦੇ ਗੁਣ ਗਿਆਨ ਉਪਦੇਸ਼ ਧਾਰਨ ਕੀਤਾ। ਰਲਣਾ, ਸੰਗਤ ਵਿੱਚ ਰਲ ਜਾਣਾ। ਫਿਰ ਕੀ ਹੋਇਆ ਜੀ? ਕਹਿੰਦੇ ਨੇ ਪੰਚ ਦੂਤ ਤੇ ਲਿਓ ਛਡਾਏ। ਗੁਰੂ ਦੀ ਮਿਹਰ ਤੇ ਬਖਸ਼ਿਸ਼ ਨੇ ਮੈਨੂੰ ਪੰਜਾਂ ਦੂਤਾਂ ਤੋਂ ਛਡਾ ਲਿਆ। ਦੂਤ ਹੁੰਦਾ ਹੈ ਜੀ ਸੁਨੇਹਾ ਲੈ ਕੇ ਜਾਣ ਵਾਲਾ। ਦੂਤ ਦਾ ਮਤਲਬ ਹੁੰਦਾ ਸੀ ਇੱਕ ਜਗ੍ਹਾ ਦੀ ਚਿੱਠੀ ਨੂੰ, ਇੱਕ ਰਾਜੇ ਦੀ ਚਿੱਠੀ ਦੂਜੀ ਜਗ੍ਹਾ ਤੱਕ ਪਹੁੰਚਾਉਣ ਵਾਲਾ ਜਿਹੜਾ ਹੈ ਉਹ ਦੂਤ ਕਹਿੰਦੇ ਸਨ। ਧਰਮ ਰਾਏ ਕੇ ਦੂਤ ਨਾ ਪੋਹੈ। ਵਿਸ਼ੇ ਵਕਾਰ, ਕਾਮ ਕ੍ਰੋਧ ਲੋਭ ਹੰਕਾਰ, ਇਹਨਾਂ ਨੂੰ ਕਿਹਾ ਆਤਮਿਕ ਮੌਤ ਦੇ ਦੂਤ ਨੇ। ਜਿੱਥੇ ਇਹ ਪਸਰ ਜਾਣ ਸਮਝੋ ਆਤਮਿਕ ਮੌਤ। ਇਹ ਸੁਨੇਹਾ ਲੈ ਕੇ ਆਉਣ ਵਾਲੇ, ਜਿੱਥੇ ਇਹ ਨੇ ਸਮਝੋ ਉੱਥੇ ਅੰਦਰ ਦਾ ਜੀਵਨ ਸਮਾਪਤ। ਮਨੁੱਖ ਦਾ ਅੰਤਰ ਆਤਮਾ ਤੇ ਸੁਰਤ ਅਗਿਆਨਤਾ ਦੇ ਵਿੱਚ ਗ੍ਰਸਤ ਹੋ ਕੇ ਆਤਮਿਕ ਮੌਤ ਵਿੱਚ ਗ੍ਰਸਤ ਹੋ ਜਾਏ। ਇਹਨਾਂ ਪੰਜਾਂ ਦੂਤਾਂ ਤੋਂ ਮੈਨੂੰ ਛਡਾ ਲਿਆ, ਇਹਨਾਂ ਤੋਂ ਮੈਨੂੰ ਮੁਕਤ ਕਰਾ ਲਿਆ। ਫਿਰ ਫਰਮਾਉਂਦੇ ਹਨ ਅੰਮ੍ਰਿਤ ਨਾਮ ਜਪਉ ਜਪ ਰਸਨਾ। ਹੁਣ ਮੈਂ ਕਹਿੰਦੇ ਨੇ ਪਰਮੇਸ਼ਰ ਵਾਹਿਗੁਰੂ ਦਾ ਅੰਮ੍ਰਿਤ ਨਾਮ ਜਪਉ ਜਪਦਾ ਹਾਂ, ਰਸ ਰਸਨਾ, ਰਸ ਲੈ ਲੈ ਕੇ ਸਵਾਦ ਮਾਣਦਿਆਂ ਹੋਇਆਂ ਵਾਹਿਗੁਰੂ ਦਾ ਨਾਮ ਰਸਨਾ ਤੋਂ ਜਪਦਾ। ਇਹ ਗੱਲ ਬੜੀ ਇੰਪੋਰਟੈਂਟ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਵਾਹਿਗੁਰੂ ਪਰਮੇਸ਼ਰ ਨੂੰ ਰਸਨਾ ਤੋਂ ਜਪਣਾ, ਭਾਵ ਅਸੈਪਟ ਕਰਨਾ, ਕੰਨਾਂ ਨਾਲ ਸੁਣਨਾ, ਮਨ ਵਿੱਚ ਵਿਚਾਰ ਕਰਨਾ, ਸੁਰਤ ਵਿੱਚ ਟਿਕਾਉਣਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਆਪਸ 'ਚ ਜੁੜੀਆਂ ਹੋਈਆਂ ਨੇ। ਇਹਨੂੰ ਨਖੇੜ ਕੇ ਨਹੀਂ ਵੇਖਿਆ ਜਾ ਸਕਦਾ ਕਿ ਜੇ ਹੁਣ ਕੋਈ ਇਕੱਲਾ ਕੰਨਾਂ ਨਾਲ ਸੁਣਨ ਦੇ ਹੱਕ 'ਚ ਹੀ ਬੋਲੀ ਜਾਏ, ਜਾਂ ਇਕੱਲਾ ਕੋਈ ਰਸਨਾ ਤੋਂ ਕਹਿਣ ਦੇ ਹੱਕ 'ਚ ਹੀ, ਜਾਂ ਇੱਕ ਬੰਦਾ ਉਹ ਰਸਨਾ ਨਾਲ ਕਹਿਣ ਤੇ ਕੰਨਾਂ ਨਾਲ ਸੁਣਨ ਦੀ ਗੱਲ ਨੂੰ ਨਕਾਰ ਕੇ ਆਖੇ ਇਕੱਲਾ ਮਨ 'ਚ ਹੀ। ਇਹ ਸਾਰਾ ਕੁਝ ਇੱਕ ਪ੍ਰੋਸੈਸ ਹੈ। ਇਹਦੇ 'ਚ ਸਾਰਾ ਕੁਝ ਹੀ ਇਨਵੋਲਵ ਹੋਏਗਾ, ਸ਼ਾਮਲ ਹੋਏਗਾ। ਕਿਉਂਕਿ ਸਾਡਾ ਜੀਵਨ ਐਵੇਂ ਹੀ ਚੱਲਦਾ ਹੈ ਨਾ ਜੀ। ਅਸੀਂ ਇਕੱਲਾ ਕੰਨਾਂ ਦੇ ਬੇਸ ਤੇ ਨਹੀਂ ਨਾ ਚੱਲਦੇ, ਨਾ ਇਕੱਲਾ ਅੱਖਾਂ ਦੇ ਬੇਸ ਤੇ ਚੱਲਦੇ ਆ, ਨਾ ਇਕੱਲਾ ਜ਼ੁਬਾਨ ਦੇ ਬੇਸ ਤੇ ਚੱਲਦੇ ਆ, ਨਾ ਇਕੱਲਾ ਮਨ ਅੰਦਰ ਵਿਚਾਰ ਦੇ ਬੇਸ ਤੇ ਚੱਲ। ਉਹ ਸਾਰਾ ਕੁਝ ਪੈਕੇਜ ਹੀ ਹੈ ਨਾ ਜੀ ਪੂਰਾ। ਅਸੀਂ ਜ਼ੁਬਾਨ ਨਾਲ ਬੋਲਦੇ ਵੀ ਹਾਂ, ਕੰਨਾਂ ਨਾਲ ਸੁਣਦੇ ਵੀ ਹਾਂ, ਮਨ 'ਚ ਵਿਚਾਰ ਵੀ ਕਰਦੇ ਹਾਂ, ਫਿਰ ਕਰਨੀ ਰਾਹੀਂ ਪ੍ਰਗਟ ਵੀ ਕਰਦੇ ਹਾਂ। ਇਹ ਸਾਰੇ ਦਾ ਸਾਰਾ ਇੱਕ ਸਰਕਲ। ਇਸ ਕਰਕੇ ਮਹਾਰਾਜ ਥਾਂ ਥਾਂ ਤੇ ਸਾਰੀ ਗੱਲ ਨੂੰ ਐਕਸਪਲੇਨ ਕਰਦੇ ਰਹਿੰਦੇ ਨੇ। ਕਿਤੇ ਕੰਨਾਂ ਨਾਲ ਸੁਣਨ ਦੀ ਗੱਲ ਕਰਨਗੇ, ਕਿਤੇ ਜ਼ਬਾਨ ਨਾਲ ਜਪਣ ਦੀ ਗੱਲ ਕਰਨਗੇ, ਕਿਤੇ ਮਨ ਵਿੱਚ ਵਿਚਾਰਨ ਦੀ ਗੱਲ ਕਰਨਗੇ, ਕਿਤੇ ਸੁਰਤ ਵਿੱਚ ਟਿਕਾਉਣ ਦੀ ਗੱਲ ਕਰਨਗੇ, ਕਿਤੇ ਵਿਹਾਰ ਰਾਹੀਂ ਪ੍ਰਗਟ ਕਰਨ ਦੀ ਗੱਲ ਕਰਨਗੇ। ਇਹ ਸਾਰਾ ਕੁਝ ਮਹਾਰਾਜ ਸਾਨੂੰ ਹੌਲੀ ਹੌਲੀ ਇੱਕ ਇੱਕ ਨੁਕਤਾ ਥਾਂ ਥਾਂ ਤੇ ਸਮਝਾਉਂਦੇ। ਤੋ ਮਹਾਰਾਜ ਜੀ ਇੱਥੇ ਫਰਮਾਉਂਦੇ ਹਨ ਅਮੋਲ ਦਾਸ ਕਰ ਲੀਨੋ ਆਪਣਾ। ਅਮੋਲ ਦਾ ਮਤਲਬ ਹੁੰਦਾ ਜਿਹਦਾ ਕੋਈ ਮੁੱਲ ਨਾ ਹੋਵੇ, ਜਿਹਦੇ ਕੋਈ ਦਾਮ ਨਾ ਦਿੱਤੇ ਜਾਣ। ਕਹਿੰਦੇ ਨੇ ਬਿਨਾਂ ਦਾਮਾਂ ਤੋਂ, ਜਿਹਨੂੰ ਆਪਾਂ ਕਹਿ ਦੇਨੇ ਨਾ ਵੀ ਮੁਫਤ ਵਿੱਚ ਹੀ ਵਿਕ ਜਾਣਾ। ਇੱਕ ਤਾਂ ਹੁੰਦਾ ਨਾ ਕੁਝ ਲੈ ਕੇ ਉਹਦੇ ਵੱਟੇ ਵਿੱਚ ਬੰਦਾ ਵਿਕ ਗਿਆ, ਵੀ ਆਪਣੀ ਸੇਵਾ ਕਿਸੇ ਇਵਜ਼ ਦੇ ਵਿੱਚ ਬੰਦਾ ਦਿੰਦਾ। ਆਪਾਂ ਕਿਸੇ ਦੀ ਨੌਕਰੀ ਕਰਦੇ ਹਾਂ ਤਾਂ ਉਹਦੇ ਨਾਲ ਪਹਿਲਾਂ ਅਸੀਂ ਟੁੱਕਦੇ ਹਾਂ ਵੀ ਇੰਨੀ ਸਾਨੂੰ ਤੂੰ ਮਿਹਨਤਾਨਾ ਦੇਂਗਾ ਤਾਂ ਅਸੀਂ ਤੇਰੀ ਜੌਬ ਕਰਾਂਗੇ, ਨਹੀਂ ਤੇ ਨਹੀਂ ਕਰਾਂਗੇ। ਹੁਣ ਉਹ ਸਾਡੇ ਕੋਲੋਂ ਸੇਵਾ ਪ੍ਰਾਪਤ ਕਰਦਾ ਹੈ, ਸਾਡਾ ਸਮਾਂ ਲੈਂਦਾ ਹੈ, ਅਸੀਂ ਉਹਦੇ ਲਈ ਕੰਮ ਕਰਦੇ ਹਾਂ, ਤੇ ਉਹ ਉਹਦੇ ਇਵਜ਼ ਵਿੱਚ ਜੋ ਸਾਡੀ ਡਿਮਾਂਡ ਹੈ ਉਹ ਪੂਰੀ ਕਰਦਾ। ਸਾਡੇ ਵਿੱਚ ਟ੍ਰੇਡ ਚੱਲ ਰਿਹਾ, ਵਪਾਰ ਚੱਲ ਰਿਹਾ। ਗਰੀਬ ਨਵਾਜ਼ ਬਾਣੀ ਵਿੱਚ ਕਹਿੰਦੇ ਨੇ ਇਸੇ ਤਰ੍ਹਾਂ ਇੱਕ ਹੁੰਦਾ ਹੈ ਵੀ ਉਹ ਦਾਸ ਜਿਹੜਾ ਕਿਸੇ ਇਵਜ਼ਾਨੇ ਵਿੱਚ ਕੰਮ ਕਰਦਾ ਹੈ, ਇੱਕ ਉਹ ਹੈ ਜਿਹੜਾ ਬਿਨਾਂ ਇਵਜ਼ਾਨੇ ਤੋਂ ਕੰਮ ਕਰਦਾ, ਜਿਹਦੀ ਆਪਣੀ ਡਿਮਾਂਡ ਕੋਈ ਨਹੀਂ, ਉਹ ਸਮਰਪਿਤ ਹੈ, ਉਹ ਪ੍ਰੇਮ ਵਿੱਚ ਕਰਦਾ ਹੈ।
ਉਹ ਸਮਰਪਣ ਭਾਵ ਨਾਲ ਕਰਦਾ ਹੈ। ਉਹਦੀ ਡਿਮਾਂਡ ਕੋਈ ਨਹੀਂ, ਉਹ ਆਪਣੇ ਪਿਆਰੇ ਦੇ ਰਾਹ ਦੇ ਉੱਤੇ ਇੰਨਾ ਕੁ ਜ਼ਿਆਦਾ ਸਮਰਪਿਤ ਹੈ ਕਿ ਉਹਦੇ ਅੰਦਰ ਦੀ ਕੋਈ ਡਿਮਾਂਡ, ਕੋਈ ਭੁੱਖ, ਕੋਈ ਇੱਛਾ ਉਹਦੇ ਅੰਦਰ ਹੈ ਹੀ ਨਹੀਂ। ਅਮੋਲ ਦਾਸ ਕਰ ਲੀਨੋ ਆਪਣਾ, ਬਿਨਾਂ ਦਾਮ ਤੋਂ ਕਹਿੰਦੇ ਉਹਨੇ ਮੈਨੂੰ ਆਪਣਾ ਦਾਸ ਬਣਾ ਲਿਆ। ਮੈਂ ਉਹਦੇ ਤੇ ਇੰਨਾ ਕੁਰਬਾਨ ਹੋ ਗਿਆ, ਉਹ ਮੈਨੂੰ ਇੰਨਾ ਪਿਆਰਾ ਲੱਗਿਆ ਕਿ ਮੇਰੇ ਅੰਦਰ ਉਹਦੇ ਤੋਂ ਬਿਨਾਂ ਹੋਰ ਕੋਈ ਹੁਣ ਖਿੱਚ ਹੀ ਨਹੀਂ ਰਹੀ। ਇਵੇਂ ਦਾ ਉਹਨੇ ਮੈਨੂੰ ਆਪਣਾ ਦਾਸ ਬਣਾ। ਤੂੰ ਫਰਮਾਉਂਦੇ ਹਨ, ਸਤਿਗੁਰ ਕੀਨੋ ਪਰਉਪਕਾਰ। ਸਤਿਗੁਰੂ ਨੇ ਮੇਰੇ ਉੱਤੇ ਬੜਾ ਪਰਉਪਕਾਰ ਕੀਤਾ, ਬੜਾ ਤਰਸ ਕੀਤਾ, ਬੜੀ ਰਿਆਇਤ ਕੀਤੀ ਮੇਰੇ ਉੱਤੇ। ਕਾਢ ਲੀਨ ਸਾਗਰ ਸੰਸਾਰ, ਇਸ ਸਾਗਰ ਵਰਗੇ ਉਲਝਣਾਂ ਭਰੇ, ਮੁਸ਼ਕਿਲਾਂ ਭਰੇ, ਵਿਸ਼ੇ ਵਿਕਾਰਾਂ ਭਰੇ ਸਾਗਰ ਸੰਸਾਰ ਵਿੱਚੋਂ ਨਾ ਮੈਨੂੰ ਬਾਹਰ ਕੱਢ। ਇਹਦਾ ਭਾਵ ਇਹ ਨਹੀਂ ਕਿਸੇ ਹੋਰ ਦੁਨੀਆ 'ਚ ਲੈ ਗਏ, ਇਹਦਾ ਮਤਲਬ ਹੈ ਵੀ ਸੁਰਤ ਉਲਝਣਾਂ ਤੋਂ ਮੁਕਤ ਕਰ ਲਈ, ਸੁਰਤ ਵਿਸ਼ੇ ਵਿਕਾਰਾਂ ਤੇ ਵਾਸ਼ਨਾਵਾਂ ਦੇ ਪ੍ਰਭਾਵ ਤੋਂ ਮੁਕਤ ਕਰ ਦਿੱਤੀ। ਫਿਰ ਆਖਦੇ ਹਨ, ਚਰਨ ਕਮਲ ਸਿਉ ਲਾਗੀ ਪ੍ਰੀਤ। ਹੁਣ ਮੇਰੇ ਅੰਦਰ ਜਿਹੜਾ ਪ੍ਰੇਮ ਹੈ ਉਹ ਵਾਹਿਗੁਰੂ ਦੇ ਚਰਨਾਂ ਨਾਲ, ਵਾਹਿਗੁਰੂ ਦੀ ਯਾਦ ਨਾਲ, ਪਰਮੇਸ਼ਰ ਦੇ ਗੁਣਾਂ ਨਾਲ ਜੁੜ ਗਿਆ ਹੈ। ਗੋਬਿੰਦ ਬਸੈ ਨਿਤਾ ਨਿਤ ਚੀਤ। ਸ੍ਰਿਸ਼ਟੀ ਦੇ ਸਿਰਜਣਹਾਰ ਵਾਹਿਗੁਰੂ ਜੀ ਹੁਣ ਹਰ ਵੇਲੇ ਮੇਰੇ ਚਿੱਤ ਵਿੱਚ ਵਸਦੇ, ਮੇਰੇ ਚੇਤੇ ਵਿੱਚ ਰਹਿੰਦੇ ਨੇ। ਮੇਰੀ ਸੁਰਤ ਤੇ ਮੇਰੇ ਮਨ ਵਿੱਚ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਹੀ ਹੈ। ਭਾਵ ਪਾਕ ਤੇ ਸਾਫ਼ ਹੋ ਗਏ ਹਨ ਮੇਰੇ ਫੁਰਨੇ, ਮੇਰੇ ਸੰਕਲਪ। ਮਾਇਆ ਤਪਤ ਬੁਝਿਆ ਅੰਗਿਆਰ। ਮਾਇਆ ਦੇ ਤਪਦੇ ਹੋਏ, ਸੜਦੇ ਹੋਏ ਅੰਗਿਆਰੇ ਬੁਝ ਗਏ, ਜਿਹੜੇ ਮੈਨੂੰ, ਜਿਸ ਨੂੰ ਮਹਾਰਾਜ ਕਹਿੰਦੇ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਇਹ ਸੁਰਤ ਤੇ ਮਨ ਦੀ ਜਲਨ ਹੈ ਜਿਹਦਾ ਹਜ਼ੂਰ ਨੇ ਜ਼ਿਕਰ ਕੀਤਾ। ਅੰਦਰ ਇੱਕ ਤਪਸ਼ ਹੈ ਜਿਹੜੀ ਸਦਾ ਹੀ ਸਾਨੂੰ ਸਾੜਦੀ ਹੈ। ਉਹ ਕ੍ਰੋਧ ਦੀ ਵੀ ਹੋ ਸਕਦੀ ਹੈ, ਕਾਮ ਦੀ ਵੀ ਹੋ ਸਕਦੀ ਹੈ, ਤ੍ਰਿਸ਼ਨਾ ਨੂੰ ਵੀ ਅੱਗ ਕਿਹਾ ਹੈ, ਹਿਰਸ ਨੂੰ ਵੀ ਅੱਗ ਕਿਹਾ ਹੈ, ਦਵੈਸ਼ ਈਰਖਾ ਨੂੰ ਵੀ ਅੱਗ ਕਿਹਾ ਹੈ। ਸਾਰੀਆਂ ਅਗਨੀਆਂ ਹੀ ਨੇ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਭਵੇਂ ਦੱਜੈ ਨਾਨਕਾ ਤਰੀਐ ਕਰਮੀ ਲੱਗ। ਤੋ ਮਹਾਰਾਜ ਇਹ ਸਾਰੀ ਕੁਝ ਨੂੰ ਅਗਨੀ, ਅੱਗ ਕਹਿੰਦੇ ਨੇ, ਜਿਸ ਵਿੱਚ ਸਾਡਾ ਹਿਰਦਾ, ਸਾਡਾ ਅੰਤਰਾਤਮਾ ਸਦਾ ਹੀ ਦੁਖੀ ਹੋਏ। ਜਿਹੜੀ ਚੀਜ਼ ਸਾਨੂੰ ਅੰਦਰੋਂ ਦੁਖੀ, ਡਿਸਟਰਬ ਕਰਦੀ ਹੈ, ਸਮਝੋ ਉਹ ਅੱਗ ਹੈ ਜਿਹਦੇ 'ਚ ਅਸੀਂ ਸੜਦੇ ਹਾਂ। ਇੱਕ ਚੀਜ਼ ਸਾਡੇ ਮਨ ਦਾ ਖਹਿੜਾ ਛੱਡਦੀ ਹੈ, ਦੂਜੀ ਛੱਡਦੀ ਹੈ, ਤੀਜੀ। ਸਦਾ ਮਨ ਜਿਹੜਾ ਹੈ ਉਹ ਤਪਸ਼ ਨਾਲ, ਦੁਖਾਂਤ ਨਾਲ, ਤਕਲੀਫ ਨਾਲ ਹਰ ਵੇਲੇ ਭਰਿਆ ਹੀ। ਉਹ ਅੰਗਿਆਰ ਬੁਝ ਗਏ। ਮਨ ਸੰਤੋਖ ਨਾਮ ਆਧਾਰ, ਮਨ ਵਿੱਚ ਸੰਤੋਖ ਸਬਰ ਆ ਗਿਆ, ਕਿਉਂਕਿ ਵਾਹਿਗੁਰੂ ਦਾ ਨਾਮ ਆਸਰਾ ਬਣ ਗਿਆ। ਸੰਤੋਖ ਦਾ ਮਤਲਬ ਸੈਟਿਸਫੈਕਸ਼ਨ ਆ ਗਿਆ, ਜੋ ਹੈ, ਜੋ ਅਵੇਲੇਬਲ ਹੈ, ਜਿਸ ਸਿਚੁਏਸ਼ਨ ਵਿੱਚ ਹਾਂ, ਟਿਕਾ ਵਿੱਚ, ਅੰਦਰ ਦੀ ਭਟਕਣਾ ਮੁੱਕ। ਜਲ ਥਲ ਪੂਰ ਰਹੇ ਪ੍ਰਭ ਸੁਆਮੀ। ਹਜ਼ੂਰ ਕਹਿੰਦੇ ਨੇ ਹੁਣ ਮੈਨੂੰ ਸਮਝ ਆ ਗਈ, ਪਰਮੇਸ਼ਰ ਵਾਹਿਗੁਰੂ ਮੈਨੂੰ ਜਲ ਥਲ ਭਾਵ ਹਰ ਜਗ੍ਹਾ ਤੇ, ਸਮੁੱਚੀ ਕੁਦਰਤ ਵਿੱਚ, ਆਪਣੀ ਸਿਰਜਣਾ ਵਿੱਚ ਉਹ ਮਾਲਕ ਵਾਹਿਗੁਰੂ ਜੀ ਆਪ ਵਿਆਪਕ ਨੇ। ਹੁਣ ਮੇਰਾ ਯਕੀਨ ਪਰਪੱਕ ਹੋ ਗਿਆ, ਇਸ ਚੀਜ਼ ਦੀ ਮੈਨੂੰ ਸਵੈ ਸੋਝੀ ਪ੍ਰਾਪਤ ਹੋ ਗਈ। ਜਤ ਪੇਖਾਂ ਤਤ ਅੰਤਰ ਜਾਮੀ। ਜਿਸ ਪਾਸੇ ਵੀ ਵੇਖਦਾ ਹਾਂ, ਭਾਵ ਮਹਿਸੂਸ ਕਰਦਾ ਹਾਂ। ਜਿਵੇਂ ਆਪਾਂ ਇੱਕ ਵਰਡ ਯੂਜ਼ ਕਰਦੇ ਹਾਂ ਨਾ, ਕਿਸੇ ਨੂੰ ਆਪਾਂ ਕਹਿੰਦੇ ਵੀ ਮੈਂ ਇਹ ਸਾਰਾ ਕੁਝ ਵੇਖਿਆ, ਉਹਦਾ ਮਤਲਬ ਕੀ ਹੁੰਦਾ ਹੈ? ਤਜਰਬਾ ਕੀਤਾ ਹੈ। ਆਪਾਂ ਕਹਿੰਦੇ ਮੈਂ ਤਾਂ ਦੁਨੀਆ ਵੇਖੀ ਹੈ, ਆਪਾਂ ਕਈ ਵਾਰ ਕਹਿ ਦਿੰਦੇ। ਕੋਈ ਜ਼ਰੂਰੀ ਥੋੜ੍ਹਾ ਵੀ ਸਾਰੀ ਦੁਨੀਆ ਦਾ ਚੱਕਰ ਲਾ ਕੇ ਬੰਦਾ ਆ ਕੇ ਗੱਲ ਕਹਿੰਦਾ। ਇਹਦਾ ਮਤਲਬ ਹੁੰਦਾ ਹੈ ਵੀ ਮੈਂ ਆਪਣੀ ਜ਼ਿੰਦਗੀ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਵੇਖੇ ਨੇ ਤੇ ਮੇਰਾ ਇਸ ਗੱਲ ਪ੍ਰਤੀ ਆਹ ਤਜਰਬਾ ਹੈ ਤੇ ਆਹ ਮੇਰਾ ਨਿਰਣਾ ਕੱਢਿਆ ਹੋਇਆ। ਅਸੀਂ ਆਪਣੇ ਤਜਰਬੇ ਦੀ ਪਰਪੱਕਤਾ ਲਈ ਸ਼ਬਦ ਵਰਤਦੇ ਮੈਂ ਤਾਂ ਦੁਨੀਆ ਵੇਖੀ ਹੈ। ਦੇਖੋ ਦਾ ਮਤਲਬ ਹੁੰਦਾ ਮੈਂ ਅਨੁਭਵ ਕਰ ਲਿਆ, ਮੈਂ ਜਾਣ ਲਿਆ। ਇਸ ਵਾਸਤੇ ਉਹਨੂੰ ਕਹਿੰਦੇ ਨੇ ਜਤ ਪੇਖੋਂ ਤਤ ਅੰਤਰ ਜਾਮੀ। ਫਿਰ ਫਰਮਾਉਂਦੇ ਨੇ ਆਪਣੀ ਭਗਤ ਆਪ ਹੀ ਦ੍ਰਿੜਾਈ। ਵਾਹਿਗੁਰੂ ਜੀ ਨੇ ਆਪਣੀ ਇਹ ਭਗਤੀ, ਪ੍ਰੇਮਾ ਭਗਤੀ ਆਪ ਹੀ ਦ੍ਰਿੜ ਕਰਾਈ। ਕਹਿੰਦੇ ਨੇ ਮੇਰੀ ਇਹਦੇ 'ਚ ਕੋਈ ਚਤੁਰਾਈ ਨਹੀਂ,
ਮੈਂ ਆਖਾਂ ਵੀ ਮੈਂ ਆਹ ਘਾਲਣਾ ਘਾਲੀ ਤਾਂ ਮਿਲਿਆ, ਮੇਰੀ ਘਾਲਣਾ ਦਾ ਬਲ ਹੈ, ਇਹ ਮੇਰੇ 'ਚ ਹੀ ਇੰਨੀ ਸਮਰੱਥਾ ਸੀ ਜੀ ਮੈਂ ਕਰ ਪਾਇਆ। ਬਾਣੀ ਦਾ ਵਾਕ ਚੇਤੇ ਰੱਖੀਏ, ਘਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਜੀਵ ਉਦਮ ਕਰਦਾ ਹੈ, ਪਰ ਜੇ ਉਹ ਆਪਣਾ ਉਦਮ ਸਮਰਪਿਤ ਹੋ ਕੇ ਕਰਦਾ ਹੈ, ਉਸ ਉਦਮ ਦਾ, ਉਸ ਕਰਮ ਦਾ, ਘਾਲਣਾ ਦਾ ਕੋਈ ਗਰੂਰ ਨਹੀਂ ਕਰਦਾ ਤੇ ਉਹ ਪ੍ਰਵਾਨ ਹੋ ਜਾਂਦਾ। ਜੋ ਗਰੂਰ ਕਰਦਾ ਤੇ ਉਹਦੇ ਵਿੱਚੋਂ ਕੇਵਲ ਉਹਨੂੰ ਹੰਕਾਰ ਦੀ ਖੁਰਾਕ ਹੀ ਮਿਲਦੀ ਹੈ, ਹੋਰ ਉਹਦੇ 'ਚੋਂ ਕੁਝ ਨਹੀਂ ਲੱਭਦਾ। ਕਿਉਂਕਿ ਉਹ ਹਰ ਬੰਦਾ ਫਿਰ ਹਰ ਜਗ੍ਹਾ ਤੇ ਸ਼ੋਅ ਅਪ ਕਰਨਾ ਸ਼ੁਰੂ ਕਰ ਦਿੰਦਾ, ਉਹਦੀ ਐਡਵਰਟਾਈਜ਼ਮੈਂਟ ਕਰਦਾ ਰਹਿੰਦਾ, ਮੈਂ ਆਹ ਕੀਤਾ, ਮੈਂ ਆਹ ਕੀਤਾ, ਮੈਂ ਉਹ ਫਿਰ ਕਰਦਾ ਹੀ ਈਗੋ ਵਾਸਤੇ ਆ, ਸਮਰਪਣ ਭਾਵ ਉਹਦੇ ਅੰਦਰ ਨਹੀਂ ਹੁੰਦਾ। ਇਸ ਵਾਸਤੇ ਸਾਹਿਬ ਜੀ ਫਰਮਾਉਂਦੇ ਨੇ, ਪੂਰਬ ਲਿਖਤ ਮਿਲਿਆ ਮੇਰੇ ਭਾਈ, हे ਮੇਰੇ ਭਾਈ ਮੈਂ ਤਾਂ ਇਹ ਸਮਝਦਾ ਵੀ ਪੂਰਬ ਦਾ, ਪੂਰਬ ਮੁੱਢਲਾ ਲਿਖਤ ਡਿਸਾਈਡਡ, ਲਿਖਿਆ ਦਾ ਮਤਲਬ ਹੁੰਦਾ ਡਿਸਾਈਡ ਕਰ ਲਿਆ। ਇੱਕ ਹੁੰਦਾ ਆਪਾਂ ਜ਼ਬਾਨੀ ਕਲਾਮੀ ਗੱਲ ਕਰਦੇ ਹਾਂ ਕਿਸੇ ਨਾਲ, ਆਪਾਂ ਕਹਿੰਦੇ ਜੀ ਇਹਨੂੰ ਲਿਖ ਲਓ, ਕੱਲ ਨੂੰ ਨਾ ਤੂੰ ਮੁਕਰੇ ਤੇ ਨਾ ਮੈਂ ਮੁਕਰਾਂ। ਪਰਫੈਕਟਲੀ ਐਵੀਡੈਂਸ ਬਣ ਜਾਂਦਾ, ਪਰਮਾਨੈਂਟਲੀ। ਲਿਖੀ ਗੱਲ ਤੋਂ ਤਾਂ ਅਗਲਾ ਕਹਿ ਸਕਦਾ ਮੈਂ ਐਵੇਂ ਨਹੀਂ ਸੀ ਕਿਹਾ, ਮੈਂ ਐਵੇਂ ਕਿਹਾ ਸੀ। ਬੋਲੀ ਗੱਲ ਤੋਂ ਅਗਲਾ ਕਹਿ ਸਕਦਾ ਹੈ ਮੈਂ ਐਵੇਂ ਨਹੀਂ ਸੀ ਕਿਹਾ, ਮੇਰਾ ਆਹ ਭਾਵ ਸੀ ਕਹਿਣ ਦਾ। ਲਿਖੇ ਤੇ ਅੱਖਰ ਅੱਖਰ ਸਾਹਮਣੇ ਹੁੰਦਾ, ਦੋਵੇਂ ਤਰ੍ਹਾਂ ਸਾਈਨ ਕਰਦੀਆਂ, ਕਹਿੰਦੀਆਂ ਜੀ ਇਹ ਪਰਮਾਨੈਂਟਲੀ ਲਿਖਤ ਹੋ ਗਈ ਆਪਣੀ, ਹੁਣ ਤੂੰ ਵੀ ਵਾਅਦੇ ਤੇ ਪੱਕਾ ਰਹੀ ਤੇ ਮੈਂ ਵੀ ਰਵਾਂਗਾ। ਜੇ ਆਪਾਂ ਮੁਕਰੇ ਤੇ ਕੋਰਟ ਕਚਹਿਰੀ ਨਜਿੱਠੇਗੀ, ਲੋਕ ਨਜਿੱਠਣਗੇ, ਲੋਕ ਲਿਖਿਆ ਪੜ੍ਹ ਲੈਣਗੇ, ਵੀ ਲਿਖਿਆ ਤੇ ਆਹ ਹੈ, ਤੇ ਗੱਲਾਂ ਇਹ ਕੀ ਕਰਦੇ ਨੇ। ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਲਿਖ ਕੇ ਦਿੱਤਾ, ਜ਼ਬਾਨੀ ਕਲਾਮੀ ਤਾਂ ਉਹਨਾਂ ਨੇ ਆਪਣੇ ਜੀਵਨ 'ਚ ਬਹੁਤ ਦੱਸਿਆ, ਪਰ ਲਿਖ ਕੇ ਦਿੱਤਾ ਵੀ ਕੱਲ੍ਹ ਨੂੰ ਕੋਈ ਇਹ ਭੁਲੇਖਾ ਨਾ ਰਹਿ ਜਾਏ ਵੀ ਗੁਰੂ ਨੇ ਆਹ ਨਹੀਂ ਸੀ ਕਿਹਾ, ਕਿਹਾ ਸੀ। ਪਰ ਅਜੇ ਵੀ ਅਸੀਂ ਬਹੁਤੇ ਬਾਹਰੋਂ ਬਾਹਰ ਹੀ ਗੱਲਾਂ ਕਰੀ ਜਾਂਦੇ ਹਾਂ। ਅਸੀਂ ਮਹਾਰਾਜ ਦੀ ਬਾਣੀ 'ਚੋਂ ਪੜ੍ਹਨ ਦੀ ਬਜਾਏ ਨਾ ਬਾਹਰ ਬਾਹਰ ਹੀ ਹਰ ਕੋਈ ਬੰਦਾ ਆਪਣੇ ਹਿਸਾਬ ਨਾਲ ਨਜਿੱਠ ਕੇ ਬਹਿ ਜਾਂਦਾ ਹੈ। ਮਹਾਰਾਜ ਨੇ ਐਵੇਂ ਨਹੀਂ ਸੀ ਕਿਹਾ, ਐਵੇਂ ਕਿਹਾ ਸੀ। ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਉਹ ਕਿਹਾ, ਜੋ ਕਿਹਾ ਉਹ ਲਿਖ ਕੇ ਦਿੱਤਾ। ਇਸ ਲਈ ਸਾਹਿਬ ਸਤਿਗੁਰੂ ਜੀ ਫਰਮਾਉਂਦੇ ਨੇ, ਮੁੱਢਲਾ ਲਿਖਿਆ ਹੋਇਆ ਕੀ ਹੈ, ਵਾਹਿਗੁਰੂ ਦਾ ਹੁਕਮ ਪਰਮਾਨੈਂਟਲੀ ਹੈ, ਪਹਿਲਾਂ ਵੀ ਸੀ, ਅੱਜ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਡਿਸਾਈਡਡ, ਨਾ ਤੁਸੀਂ ਉਹਦੇ 'ਚ ਹੇਰ ਫੇਰ ਕਰ ਸਕਦੇ ਹੋ, ਨਾ ਮੈਂ ਕਰ ਸਕਦਾ। ਉਸ ਹੁਕਮ ਦੇ, ਉਸ ਲਿਖੇ ਸੰਜੋਗ ਦੇ, ਉਸ ਲਿਖੇ ਹੋਏ ਪਰਮੇਸ਼ਰ ਵਾਹਿਗੁਰੂ ਦੇ ਨੀਅਤ ਕੀਤੇ ਹੁਕਮ ਦੇ ਮੁਤਾਬਕ ਹੀ ਭਾਈ ਮੈਨੂੰ ਵਾਹਿਗੁਰੂ ਦੀ ਇਹ ਦਾਤ ਪ੍ਰਾਪਤ ਹੋਈ ਹੈ, ਉਹਦੀ ਰਜ਼ਾ 'ਚ ਮਿਲੀ ਹੈ। ਜਿਸ ਕਿਰਪਾ ਕਰੇ ਤਿਸ ਪੂਰਨ ਸਾਜ, ਜਿਸ ਉੱਤੇ ਉਹ ਕਿਰਪਾ ਕਰਦਾ ਹੈ ਉਹਦੇ ਜੀਵਨ ਦੀ ਬਣਤਰ ਮੁਕੰਮਲ ਹੋ ਜਾਂਦੀ ਹੈ, ਉਹ ਉੱਚੀ ਸੁੱਚੀ ਸੁਰਤ ਵਾਲਾ ਬਣ ਜਾਂਦਾ ਹੈ। ਕਬੀਰ ਕੋ ਸੁਆਮੀ ਗਰੀਬ ਨਵਾਜ, ਕਬੀਰ ਦਾ ਮਾਲਕ, ਕਬੀਰ ਦਾ ਸੁਆਮੀ ਪਰਮੇਸ਼ਰ ਵਾਹਿਗੁਰੂ ਗਰੀਬਾਂ ਨੂੰ ਨਿਵਾਜਣ ਵਾਲਾ। ਵੇਖੋ ਮੈਨੂੰ ਗਰੀਬ ਨੂੰ ਉਸਨੇ ਨਿਵਾਜਿਆ। ਤਾਂ ਕਬੀਰ ਜੀ ਮਹਾਰਾਜ ਐਵੇਂ ਸ਼ੁਕਰਾਨਾ ਕਰਦੇ ਨੇ ਉਸ ਵਾਹਿਗੁਰੂ ਦੀ ਦਾਤ ਦਾ, ਉਹਦੀ ਸਹਾਇਤਾ ਦਾ। ਸਤਿਗੁਰੂ ਮਿਹਰ ਕਰਨ, ਸ਼ਬਦ ਦਾ ਉਪਦੇਸ਼ ਸਾਡੇ ਮਨ ਚਿੱਤ ਵਿੱਚ ਵਸੇ, ਭੁੱਲ ਚੁੱਕ ਦੀ ਖਿਮਾ। ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।